बिस्मिल्लाहिर्रहमानिर्रहीम। मोहम्मद सरफराज दोस्तों की खिदमत दे विच फिर हाज़र। मेरे नाल ने जनाब गुलाम अब्बास साहब। गुलाम अब्बास साहब बेसिकली एक ज़िमीदार घराने नाल तलक रखते, ज़िमीदार हो गए। उहदे तो अलावा जरी तलीम आला, उहदे तो बाद इन्होंने एंगरो दे नाल कुछ बहुत अरसा काम किया। अजकल RPL नाल कर रहे हैं, यानी काश्तकार भी है और कारपोरेट अदारियां नाल काम करन दी वजह नाल काश्तकारां नाल डायरैक्ट तलक भी आ। अजकल सीजन है चौलों की, मूंजी की, झोने की बिजाई का, तो वो बारे इन्हां नाल गल करते हैं। अस्सलाम वालेकुम जी गुलाम वास साहब। जी वालेकुम सलाम जी चौ साहब। अच्छा सर, पहला तो मैनू ये दसो जिहड़ी आ मूंजी, जी जी ਇਹਦੀ पनीरी के बारे लाने का तरीका और वक्त काश्त। बिस्मिल्लाहिर्रहमानिर्रहीम जी। दोस्तों ਨੂੰ ਪਹਿਲੇ ਤੇ ਪਨੀਰੀ ਦੇ ਬਾਰੇ ਦੱਸਿਆ ਜਾਏ ਕਿ ਜਿਹੜਾ ਬੀ ਹੈ, ਬੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਸਾਡੀ ਜਿਹੜੀ ਰਿਕਮੈਂਡੇਸ਼ਨ ਹੈ ਕਿ ਤੁਹਾਡੇ ਕੋਲ ਬੀ ਜਿਹੜਾ ਹੈ ਕੋਈ ਵੀ ਫਸਲ ਦਾ ਤਸਦੀਕਸ਼ੁਦਾ ਹੋਣਾ ਚਾਹੀਦਾ, ਯਾਨੀ ਕਿ ਸਰਟੀਫਾਈਡ ਤੁਹਾਡਾ ਸੀਡ ਹੋਣਾ ਚਾਹੀਦਾ। ਉਸ ਤੋਂ ਬਾਅਦ ਤੁਸੀਂ ਜਿਹੜਾ ਅਗਰ ਮੋਟੀਆਂ ਵੈਰਾਈਟੀਆਂ ਤੁਸੀਂ ਲਾਉਂਦੇ ਹੋ ਉਹਦੇ ਵਾਸਤੇ 6 ਕਿਲੋ ਫੀ ਕਿੱਲੇ ਦਾ ਬੀ ਹੋਣਾ ਚਾਹੀਦਾ। ਤੇ ਜਿਹੜਾ ਅਸੀਂ ਸੁਪਰ ਫਾਈਨ ਵੈਰਾਈਟੀ ਲਾਉਂਦੇ ਆ, ਸੁਪਰ ਬਾਸਮਤੀ 515 ਹੋ ਗਈ, ਇਹਦੇ ਵਿੱਚ 5 ਕਿਲੋ ਬੀਜ ਜਿਹੜਾ ਪੈਂਦਾ ਤੁਹਾਡਾ ਕਿੱਲੇ ਦਾ ਜੀ। ਠੀਕ ਹੈ। ਉਸ ਤੋਂ ਬਾਅਦ ਇਹ ਹੈ ਕਿ ਬੀ ਨੂੰ ਤੁਸੀਂ ਦਵਾਈ ਲਾਣੀ ਆ। ਉਹਦੇ ਵਿੱਚ ਅਪਰੋਨ ਮੈਕਸ ਦਵਾਈ ਹੈਗੀ ਬਾਇਰ ਦੀ, ਸਜੈਂਟਾ ਦੀ, ਉਹ ਦਵਾਈ ਤੁਸੀਂ ਲਾ ਸਕਦੇ ਹੋ। ਉਹਦੀ ਲਾਉਣ ਦੀ ਵਜ੍ਹਾ ਕੀ ਕਿ ਸਾਡੇ ਜਿਹੜੇ ਬੀਜ ਕਮਜ਼ੋਰ ਵੀ ਹੁੰਦੇ ਆ, ਬੀਜ ਦੇ ਵਿੱਚ ਕੋਈ ਕਮਜ਼ੋਰ ਦਾਣਾ ਵੀ ਹੁੰਦਾ, ਉਹ ਵੀ ਸਹੀ ਤਰ੍ਹਾਂ ਉੱਗ ਜਾਂਦਾ ਔਰ ਉੱਥੇ ਬਿਮਾਰੀ ਦਾ, ਮੌਸਮ ਦਾ ਇਫੈਕਟ ਨਹੀਂ ਹੁੰਦਾ। ਇਸ ਤੋਂ ਇਲਾਵਾ ਤੁਸੀਂ ਜਿਹੜੀ ਅਗਰ ਸੁਪਰ ਵੈਰਾਈਟੀ ਲਗਾਉਣੀ ਹੈ, 515 ਲਗਾਉਣੀ ਹੈ, ਉਹਦਾ ਜਿਹੜਾ ਵਕਤ ਕਾਸ਼ਤ ਪਨੀਰੀ ਦਾ ਹੈਗਾ ਉਹ ਸਾਡਾ ਜੂਨ ਦਾ ਪਹਿਲਾ ਹਫਤਾ ਜੀ। ਜੂਨ ਦਾ ਪਹਿਲਾ ਹਫਤਾ ਇਹ ਬਿਹਤਰੀਨ ਇਹਦਾ ਟਾਈਮ ਹੈਗਾ ਜੀ। ਉਸ ਤੋਂ ਬਾਅਦ ਇਹਨੂੰ ਤੁਸੀਂ ਜੁਲਾਈ ਦੇ ਵਿੱਚ ਖੇਤ ਦੇ ਵਿੱਚ ਟਰਾਂਸਪਲਾਂਟ ਕਰ ਸਕਦੇ ਹੋ। ਉਸ ਤੋਂ ਬਾਅਦ ਜਿਹੜੀ ਸਾਡੀ ਕਿਸਾਨ ਬਾਸਮਤੀ ਜਾਂ 1509 ਲੋਕ ਲਗਾਉਂਦੇ ਆ, ਉਹਦੇ ਵਿੱਚ ਸਾਡਾ ਜਿਹੜਾ ਜੀ ਉਹ ਹੈ ਤਕਰੀਬਨ 15 ਜੂਨ ਜਿਹੜਾ ਨਾ ਜੀ, 15 ਜੂਨ ਤੋਂ ਸ਼ੁਰੂ ਹੁੰਦਾ ਅਤੇ 1 ਜੁਲਾਈ ਤੱਕ ਜਾਂਦਾ, ਯਾਨੀ ਕਿ ਇਹਨੂੰ ਤੁਸੀਂ ਅੱਗੇ ਅਗਸਤ ਦੇ ਵਿੱਚ ਟਰਾਂਸਪਲਾਂਟ ਕਰਨੀ। ਇਹਦੀ ਵਜ੍ਹਾ ਕੀ ਕਿ ਇਹ ਅਗਰ ਤੁਸੀਂ ਗੇਤਰੀ ਕਾਸ਼ ਦੇ ਵਿੱਚ ਲਿਆਓਗੇ ਕਿਸਾਨ ਬਾਸਮਤੀ ਜਾਂ 1509, ਉਹਦੇ ਵਿੱਚ ਇਹਦੇ 'ਚ ਬਿਮਾਰੀ ਆਉਂਦੀ ਹੈ ਬਕੈਣੀ ਦੀ, ਜਿਹੜੀ ਕਿ ਤੁਹਾਡੀ ਪੈਦਾਵਾਰ 'ਤੇ ਬਹੁਤ ਅਸਰਅੰਦਾਜ਼ ਹੁੰਦੀ ਆ। ਅਤੇ ਇਸ ਵਾਸਤੇ ਇਹਨੂੰ ਮੁਖਤਲਿਫ ਤਜਰਬੇ ਕੀਤੇ ਗਏ ਅਤੇ ਇਹਨੂੰ ਅਰਲੀ ਵੀ ਕਾਸ਼ ਕੀਤਾ ਗਿਆ, ਲੇਟ ਵੀ ਕਾਸ਼ ਕੀਤਾ ਗਿਆ, ਅਤੇ ਇਹਦੇ ਜਿਹੜੀ ਪਿਛੇਤੀ ਕਾਸ਼ਤ ਹੈ, ਲੇਟ ਕਾਸ਼ਤ, ਉਹਦੇ 'ਚ ਇਹਦੇ ਮਤਲਬ ਅੱਛੀ ਪੈਦਾਵਾਰ ਇਹਦੀ ਆਈ ਹੈ, ਯਾਨੀ ਕਿ 50 ਮਣ ਤੱਕ ਜਿਹੜੀ ਪੈਦਾਵਾਰ ਇਹਦੀ ਆਈ ਹੈ ਜੀ। ਜੀ ਸਰ। अच्छा सर, ये तो तुसी दस दिता, बहुत मेहरबानी। हुण ये दसो पनीरी जिहड़ी है जिस वेले काश्त कर लई उहदे तो बाद उहदे लई की एहतियातां या की उहदी हिफाजत करनी पैंदी है, सेवा करनी पैंदी है? जी पनीरी ਜਦੋਂ ਤੁਸੀਂ ਕਾਸ਼ ਕੀਤੀ ਆ ਉਸ ਤੋਂ ਪਹਿਲੇ ਤੇ ਜ਼ਿਮੀਂਦਾਰਾਂ ਨੂੰ ਪਤਾ ਹੈ ਕਿ 1 ਹਫ਼ਤੇ ਤੱਕ ਜਾਂ 5-6 ਦਿਨ ਤੱਕ ਜਿਹੜਾ ਪਾਣੀ ਉਹਦੇ 'ਚ ਸਵੇਰ ਦੇ ਟਾਈਮ ਖੜਾ ਕਰਨਾ ਤੇ ਸ਼ਾਮ ਨੂੰ ਕੱਢਣਾ ਹੁੰਦਾ। ਉਸ ਤੋਂ ਬਾਅਦ ਤੁਹਾਡੀ ਜਦੋਂ ਪਨੀਰੀ ਹੁੰਦੀ ਆ 16 17 18 ਦਿਨ ਤੱਕ ਦੀ, ਫਿਰ ਉਹਦੇ 'ਚ ਪਾਣੀ ਤੁਸੀਂ ਖੁਸ਼ਕ ਕਰ ਦੇਣਾ। ਫਿਰ ਜਿਹੜਾ ਕੋਈ 20 ਦਿਨ 'ਤੇ ਜਾ ਕੇ ਉਹਨੂੰ ਸਪਰੇਅ ਹੋਣਾ, ਗੰਦ ਵਾਲਾ ਜੜੀ ਬੂਟੀਆਂ ਵਾਲਾ ਸਪਰੇਅ ਹੋਊਗਾ 20 ਦਿਨ ਤੇ ਜਾ ਕੇ ਜੀ, 20 ਦਿਨ 'ਤੇ। ਅੱਛਾ ਜੀ। ਉਸ ਤੋਂ ਬਾਅਦ ਤੁਸੀਂ ਇਹਨੂੰ 24-36 ਘੰਟੇ ਬਾਅਦ ਜਿਹੜਾ ਇਹਨੂੰ ਖਾਦ ਪਾਓ, ਯੂਰੀਆ ਜ਼ਿੰਕ ਪਾਓ ਉਸ ਸਪਰੇਅ ਤੋਂ 36 ਘੰਟੇ ਬਾਅਦ। ਜੀ ਜੀ ਬਿਲਕੁਲ। ਅੱਛਾ ਜੀ। ਤੇ ਇੱਕ ਹੋਰ ਦੱਸਣਾ ਚਾਹੁੰਦਾ ਸੀ ਕਿ ਜਦੋਂ ਤੁਸੀਂ ਸਪਰੇਅ ਕਰਦੇ ਆ ਉਹ ਪਾਣੀ ਤੁਸੀਂ ਉਹਦੇ ਵਿੱਚ ਖੜਾ ਰੱਖਣਾ, ਡੋਬ ਕੇ ਰੱਖਣੀ ਮੂੰਜੀ ਜੀ। ਠੀਕ ਹੈ ਜੀ। ਉਸ ਦੀ ਵਜ੍ਹਾ ਇਹ ਹੈ ਕਿ ਜਿਹੜੇ ਪੌਦੇ ਤੇ ਨਹੀਂ ਵੀ ਅਗਰ ਦਵਾਈ ਪਈ ਜੜੀ ਬੂਟੀ ਤੇ, ਉਹ ਵੀ ਪਾਣੀ ਲੱਗ ਕੇ ਜ਼ਹਿਰ ਵਾਲਾ ਪਾਣੀ ਲੱਗ ਕੇ ਉਹਦੇ ਨਾਲ ਉਹ ਖਤਮ ਹੋ ਜਾਏਗਾ। ਸਪਰੇਅ ਕਰਨ ਤੋਂ ਬਾਅਦ ਡੋਬਣਾ? ਜੀ ਜੀ ਬਿਲਕੁਲ। ਅੱਛਾ ਜੀ। ਉਸ ਤੋਂ ਬਾਅਦ ਇਹ ਹੈ ਕਿ ਤੁਸੀਂ ਜਿਹੜੀ ਸੁਪਰ ਵਾਲੀ ਪਨੀਰੀ ਹੈ 515 ਵਾਲੀ ਹੈਗੀ ਹੈ, ਇਹਨੂੰ 25 ਤੋਂ 30 ਦਿਨ ਦੀ ਪਨੀਰੀ ਹੁੰਦੀ ਹੈ ਅਤੇ ਇਹਨੂੰ ਤੁਸੀਂ ਖੇਤ ਦੇ ਵਿੱਚ ਮੁੰਤਕਿਲ ਕਰ ਸਕਦੇ ਹੋ। ਉਸ ਤੋਂ ਬਾਅਦ ਜਿਹੜੀ ਕਿਸਾਨ ਬਾਸਮਤੀ 1509 ਜਿਹੜੇ ਲੋਕ ਲਗਾਉਂਦੇ ਆ ਉਹਨਾਂ ਨੂੰ ਚਾਹੀਦਾ ਕਿ ਉਹ 20 ਦਿਨ ਦੀ ਪਨੀਰੀ ਜਿਹੜੀ ਆ ਉਹ ਖੇਤਾਂ ਦੇ ਵਿੱਚ ਮੁੰਤਕਿਲ ਕਰ ਦੇਣ। ਦੂਸਰੀ ਗੱਲ ਇਹ ਜਿਹੜੀ ਬੁਨਿਆਦੀ ਚੀਜ਼ ਹੈ ਇਹਦੇ ਵਿੱਚ, ਜਦੋਂ ਸਾਡੀ ਪਨੀਰੀ ਮੁੰਤਕਿਲ ਹੋਣੀ ਹੈ ਉਹਦੇ ਵਿੱਚ ਜ਼ਿਆਦਾ ਦਾ ਕਿਰਦਾਰ ਹੁੰਦਾ ਪੌਦਿਆਂ ਦਾ, ਕਿ ਸਾਡੇ ਫੀ ਏਕੜ ਪੌਦੇ ਜਿਹੜੇ ਆ ਨਾ ਜੀ ਉਹ ਪੂਰੇ ਹੋਣੇ ਚਾਹੀਦੇ ਆ। ਯਾਨੀ ਕਿ ਮਹਿਕਮਾ ਵੀ ਇਹ ਕਹਿੰਦਾ, ਅਸੀਂ ਵੀ ਕਹਿੰਦੇ ਹਾਂ, ਰਿਕਮੈਂਡੇਸ਼ਨ ਇਹ ਹੈ ਕਿ 80,000 ਪੌਦਾ ਜਿਹੜਾ ਵਾ ਤੁਹਾਡਾ ਕਿੱਲੇ 'ਚ ਹੋਣਾ ਚਾਹੀਦਾ।
ਔਰ 80,000 ਦੇ ਵਿੱਚ ਇੱਕ ਸੁਰਾਖ ਦੇ ਵਿੱਚ 2 ਪੌਦੇ ਹੋਣੇ ਚਾਹੀਦੇ। ਕੋਸ਼ਿਸ਼ ਕਰੋ 1 ਤੋਂ 2 ਪੌਦੇ ਲਗਾਓ। ਇਹਦੇ ਨਾਲ ਇਹ ਹੁੰਦਾ ਕਿ ਇੱਕ ਪੌਦਾ ਅਗਰ ਖਤਮ ਹੀ ਹੋ ਜਾਂਦਾ ਦੂਸਰਾ ਪੌਦਾ ਚੱਲ ਜਾਂਦਾ। ਜੀ ਫਿਰ ਇਹਦੇ ਵਿੱਚ ਸੁਪਰ ਦੇ ਵਿੱਚ ਤੁਸੀਂ 9 ਇੰਚ ਦਾ ਫਾਸਲਾ ਰੱਖਣਾ, ਯਾਨੀ ਕਿ ਇੱਕ ਗਿੱਠ ਜਿਹੜੀ ਤੁਹਾਡੀ ਇਹਨਾਂ 9 ਇੰਚ ਤੱਕ ਚਲੀ ਜਾਂਦੀ ਹੈ। ਜੀ 9 ਇੰਚ ਦਾ ਫਾਸਲਾ ਰੱਖਣਾ। ਜਿਹੜਾ ਸਾਡੀ ਕਿਸਾਨ ਬਾਸਮਤੀ 1509 ਹੈਗੀ ਹੈ, ਜੀ। ਉਹਦੇ ਵਿੱਚ ਤੁਸੀਂ 7 ਇੰਚ ਦਾ ਫਾਸਲਾ ਰੱਖਣਾ ਜੀ, ਉਹਦੇ ਨਾਲੋਂ ਵੀ ਘੱਟ ਰੱਖਣਾ। ਜੀ, ਉਹਦੇ ਨਾਲ ਵੀ ਘੱਟ ਰੱਖਣਾ। ਜੀ ਤੇ ਜਿਹੜੀ 515 ਹੈ ਇਹਦੇ 'ਚ ਵੀ 7 ਇੰਚ ਦਾ ਫਾਸਲਾ ਰੱਖਣਾ, ਕਿਉਂਕਿ ਇਹਦੀ ਜਿਹੜੀ ਟਿਲਰਿੰਗ ਯਾਨੀ ਕਿ ਸ਼ਾਖਾਂ ਜਿਹੜੀਆਂ ਇਹਦੀਆਂ ਥੋੜ੍ਹੀਆਂ ਹੁੰਦੀਆਂ, ਜੀ ਇਸ ਵਜ੍ਹਾ ਤੋਂ ਇਹਨੂੰ ਜਿਹੜਾ ਨਾ ਨਜ਼ਦੀਕ ਜਿਹੜਾ ਕੋਸ਼ਿਸ਼ ਕਰੋ ਲਗਾਓ। ਜੀ ਔਰ ਇਹ ਪੌਦੇ ਲਗਾਉਣ ਦਾ ਮਕਸਦ ਇਹ ਹੈ ਕਿ ਅਸੀਂ ਕਹਿੰਦੇ ਹਾਂ ਕਿ ਸਾਡੇ ਜਿਹੜੇ ਪੌਦੇ ਆ ਨਾ, ਉਹ ਅਕਸਰ ਜਗ੍ਹਾ 'ਤੇ ਦੇਖਿਆ ਅਸੀਂ ਕਿ ਪੌਦੇ ਸਾਡੇ ਬਹੁਤ ਅੱਧੇ ਤੋਂ ਵੀ ਘੱਟ ਹੁੰਦੇ ਆ। ਜੀ ਹੁਣ ਅਸੀਂ ਇਹ ਚੀਜ਼ ਦੇਖਦੇ ਹਾਂ ਕਿ ਸਾਡੇ ਪੌਦੇ ਜਿਹੜੇ ਆ ਅਸੀਂ ਖਰਚਾ ਕਿੱਲੇ ਦਾ ਕਰਦੇ ਪਏ ਹਾਂ। ਜੀ ਸਾਡੇ ਪੌਦੇ ਜਿਹੜੇ ਆ ਉਹ ਵਿਗੇ ਦੇ, ਜੀ ਸਾਡਾ ਖਰਚਾ ਵੀ ਜ਼ਾਇਆ ਗਿਆ, ਮਿਹਨਤ ਵੀ ਜ਼ਾਇਆ ਗਈ, ਸਾਡੀ ਪੈਦਾਵਾਰ ਵੀ ਨਹੀਂ ਆਈ। ਜੀ ਇਸ ਵਾਸਤੇ ਜ਼ਿਮੀਂਦਾਰ ਭਾਈਆਂ ਨੂੰ ਗੁਜ਼ਾਰਿਸ਼ ਹੈ ਕਿ ਆਪਣੀ ਇਹ ਖਸੂਸੀ ਤਵੱਜਾ ਦੇਣ ਜੀ ਕਿ ਸਾਡੇ ਜਿਹੜੇ ਪੌਦੇ ਆ ਨਾ ਜੀ, ਉਹ ਪੂਰੇ ਹੋਣੇ ਚਾਹੀਦੇ, ਤਾਂ ਕਿ ਉੱਤੇ ਖਲੋ ਕੇ ਮੋਨੀਟਰਿੰਗ ਕਰਨ, ਸੁਪਰਵਿਜ਼ਨ ਕਰਨ, ਤਾਂ ਕਿ ਤੁਹਾਡੇ ਜਿਹੜੇ ਪੌਦੇ ਆ ਉਹ ਪੂਰੇ ਹੋ ਜਾਣ। ਠੀਕ। ਇੰਡੀਆ ਦੇ ਵਿੱਚ ਇੱਕ ਮਿਸਾਲ ਬਣੀ ਹੈ ਜੀ, ਉਹ ਕਹਿੰਦੇ ਕਿ ਜੇ ਨਹੀਂ ਖੇਤ 'ਚ ਪੌਦੇ ਪੂਰੇ, ਪੈਦਾਵਾਰ ਦੇ ਖਾਬ ਅਧੂਰੇ। ਤੇ ਇਹ ਦੋਸਤਾਂ ਨੂੰ ਬੇਸਿਕਲੀ ਚੀਜ਼ ਦੱਸ ਰਹੇ ਹਾਂ ਕਿ ਪੌਦੇ ਤੁਹਾਡੇ ਜਿਹੜੇ ਨੇ ਜੀ ਉਹ ਪੂਰੇ ਹੋਣੇ ਚਾਹੀਦੇ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਇਹ ਹੈ ਕਿ ਤੁਸੀਂ ਮੂੰਜੀ ਜਿਹੜੀ ਹੈ ਇਹਦੇ 'ਚ ਬਹੁਤ ਜ਼ਿਆਦਾ ਪਾਣੀ ਫਲੱਡਿੰਗ ਜਿਹੜੀ ਆ ਇਰੀਗੇਸ਼ਨ ਨਹੀਂ ਕਰਨੀ। ਅਕਸਰ ਦੋਸਤ ਜਿਹੜੇ ਆ ਉਹ 4 5 6 ਇੰਚ ਤੱਕ ਵੀ ਪਾਣੀ ਖੜਾ ਕਰਦੇ ਆ। ਹਾਂਜੀ ਅਸੀਂ ਕਹਿੰਦੇ ਹਾਂ ਕਿ ਪਾਣੀ ਜ਼ਿਆਦਾ ਖੜਾ ਕਰਨ ਦੇ ਨਾਲ ਖੇਤ ਨੂੰ ਪੌਦਿਆਂ ਨੂੰ ਮਸਲਾ ਬਣਦਾ। ਉਹਦੇ ਵਿੱਚ ਸ਼ੀਤ ਬਲਾਈਟ ਆਉਂਦੀ ਹੈ। ਜੀ ਸ਼ੀਤ ਬਲਾਈਟ ਜਿਹੜੀ ਹੈ ਤਣਿਆਂ ਨੂੰ ਸਟਾਰਟਿੰਗ ਦੇ ਵਿੱਚ ਲੱਗਦੀ ਜਿੱਥੇ ਪਾਣੀ ਹੁੰਦਾ, ਜੀ ਉਹ ਫਿਰ ਜਦੋਂ ਤਣੇ ਨੂੰ ਲੱਗਦੀ ਹੈ ਫਿਰ ਤਣਾ ਗਲਦਾ, ਮੂੰਜੀ ਗਿਰਦੀ। ਜੀ ਇਸ ਵਾਸਤੇ ਜਿਹੜਾ ਪਾਣੀ ਆ ਉਹ ਦਰਮਿਆਨੀ ਸੂਰਜ 'ਚ ਲਾਉਣਾ ਚਾਹੀਦਾ, ਬਹੁਤ ਜ਼ਿਆਦਾ ਯਾਨੀ ਕਿ ਜ਼ਿਆਦਾ ਪਾਣੀ ਨਾ ਖੜਾ ਕੀਤਾ ਜਾਏ, ਕਿਉਂਕਿ ਉਹਦੇ 'ਚ ਖਾਦਾਂ ਵੀ ਪੈਂਦੀਆਂ, ਦਵਾਈਆਂ ਪੈਂਦੀਆਂ। ਉਹ ਫਿਰ ਪਾਣੀ ਜਿਹੜਾ ਖੜਾ ਫਿਰ ਜਦੋਂ ਸੂਰਜ ਦੀ ਤਪਸ਼ ਪੈਂਦੀ ਉਹਦੇ 'ਚ ਫਿਰ ਗੈਸਾਂ ਨਿਕਲਦੀਆਂ ਜਿਹੜੀਆਂ ਕਿ ਮਾਹੌਲ ਨੂੰ ਖਰਾਬ ਕਰਦੀਆਂ, ਜਿਹਦੇ ਨਾਲ ਸਾਡੇ ਦੇ ਬਿਮਾਰੀਆਂ ਮੁਖਤਲਿਫ ਆ ਰਹੀਆਂ। ਲਿਹਾਜ਼ਾ ਕੋਸ਼ਿਸ਼ ਕਰੋ ਕਿ ਮਾਹੌਲ ਨੂੰ ਵੀ ਸਾਫ਼ ਰੱਖੋ ਤੇ ਆਪਣੇ ਜਿਹੜੇ ਪਾਣੀ ਦੀ ਬਚਤ ਰੱਖੋ। ਹਾਂਜੀ ਹੁਣ ਨਾ ਜੀ ਹਟ ਗਏ, ਨਹੀਂ ਕਿ ਅੱਗੇ ਨਾ ਜਦੋਂ ਮੂੰਜੀ ਦੇ ਨਸਾਰੇ ਦਾ ਟਾਈਮ ਆਉਂਦਾ ਸੀ ਬੁਖਾਰ ਆਮ ਆ ਜਾਂਦਾ ਸੀ। ਜੀ ਜੀ ਬਿਲਕੁਲ, ਉਹਦੀ ਵਜ੍ਹਾ ਇਹੀ ਹੋਏਗੀ ਜਿਹੜੀ ਤੁਸੀਂ ਦੱਸ ਰਹੇ ਹੋ। ਜੀ ਜੀ ਅੱਛਾ ਸਰ, ਤੁਸੀਂ ਇਹ ਦੱਸਿਆ ਕਿ ਕਿਸਾਨ ਬਾਸਮਤੀ ਦੀ ਪਨੀਰੀ ਜਿਹੜੀ ਉਹ 20 ਦਿਨ ਦੀ ਕਰ ਲਓ ਮੁੰਤਕਲ, ਜੀ ਜੀ ਤੇ ਜਿਹੜੀ ਦੂਸਰੀ ਉਹ 25 ਤੋਂ 30 ਦਿਨ ਦੀ ਕਰ ਜੀ ਲਓ। ਜੀ ਇਹ ਜਿਹੜਾ ਦਿਨ ਹੁੰਦੇ ਬੀਜਣ ਤੋਂ ਗਿਣੀਦੇ ਜਾਂ ਉਗਣ ਤੋਂ ਗਿਣੀਦੇ? ਇਹ ਬੀਜਣ ਤੋਂ ਜੀ। ਬੀਜਣ ਤੋਂ 20 ਦਿਨ ਬਾਅਦ ਹਾਂਜੀ। ਇਹ ਲਾ ਲੈਣੀ। ਜੀ ਜੀ ਬਿਲਕੁਲ ਪਨੀਰੀ ਨੂੰ ਕੋਈ ਖਾਦ ਵਗੈਰਾ ਵੀ ਪਾਣੀ ਪੈਂਦੀ ਹੈ? ਜੀ, ਪਨੀਰੀ ਨੂੰ ਯੂਰੀਆ ਪਾਣੀ ਤੁਸੀਂ, ਅੱਛਾ ਜੀ। ਹਾਂਜੀ ਯੂਰੀਆ ਖਾਦ ਪਾਣੀ ਹੈ। ਉਸ ਤੋਂ ਬਾਅਦ ਇਹਦੇ ਨਾਲ ਜ਼ਿੰਕ ਤੁਸੀਂ ਪਾਣੀ ਹੈ। ਕਿੰਨੇ ਕੁ ਦਿਨਾਂ ਦੀ ਯੂਰੀਆ ਪਾਣੀ ਤੇ ਕਿੰਨੇ ਕੁ ਦਿਨਾਂ ਦੀ ਨੂੰ ਜ਼ਿੰਕ ਪਾਣੀ? ਇਹ ਜੀ ਜਦੋਂ 20-22 ਦਿਨ ਦੀ ਪਨੀਰੀ ਹੋ ਜਾਂਦੀ ਹੈ ਨਾ ਜੀ, ਹਾਂਜੀ ਉਸ ਟਾਈਮ ਤੁਸੀਂ ਜਦੋਂ ਅਸੀਂ ਸਪਰੇਅ ਕਰ ਲਈ ਹੈ ਗੰਦ ਵਾਲੀ, ਹਾਂਜੀ। ਉਸ ਤੋਂ ਬਾਅਦ ਤੁਸੀਂ ਜਿਹੜਾ ਨਾ ਉਹ 36 ਘੰਟੇ ਬਾਅਦ ਉਹਨੂੰ ਜਿਹੜੇ ਖਾਦ ਪਾ ਸਕਦੇ ਹੋ ਤੁਸੀਂ। ਅੱਛਾ ਜੀ, ਤੇ ਉਹ ਜਿਹੜੀ 20 ਦਿਨਾਂ ਦੀ ਮੁੰਤਕਲ ਕਰਨੀ ਉਹਨੂੰ ਕਿੰਨੇ ਦਿਨਾਂ ਦੀ ਨੂੰ ਪਾਵਾਂਗੇ? ਉਹਨੂੰ ਤੁਸੀਂ ਕਰ ਦੇਣੀ ਹੈ 20 ਦਿਨ ਤੇ ਤਕਰੀਬਨ 20 ਕੁ ਦਿਨ ਬਣਦੇ ਉਹਦੇ ਜੀ। ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਪਨੀਰੀ ਦੇ ਬਾਰੇ ਤੁਸੀਂ ਬਹੁਤ ਅੱਛੀਆਂ ਗੱਲਾਂ ਦੱਸੀਆਂ ਜੀ। ਬਾਕੀ ਜੇ ਸਾਨੂੰ ਕੋਈ ਜ਼ਰੂਰਤ ਹੋਈ, ਜੀ ਜੀ ਦੋਸਤਾਂ ਨੂੰ ਹੋਈ, ਤੁਹਾਡੇ ਕੋਲੋਂ ਕਮੈਂਟਸ 'ਚ ਪੁੱਛ ਲਾਂਗੇ, ਤੁਹਾਨੂੰ ਕਾਲ ਵੀ ਕਰ ਲਾਂਗੇ। ਜੀ ਜੀ। ਹੱਸਦੇ ਰਹੋ ਤੇ ਵਸਦੇ ਰਹੋ, ਸ਼ਾਦ ਰਹੋ ਤੇ ਆਬਾਦ ਰਹੋ। ਅੱਲਾਹ ਤਾਲਾ ਸਭ ਨੂੰ ਆਸਾਨੀਆਂ ਅਤਾ ਫਰਮਾਏ ਔਰ ਆਸਾਨੀਆਂ ਵੰਡਣ ਦਾ ਸ਼ਰਫ ਅਤਾ ਫਰਮਾਏ। ਪਾਕਿਸਤਾਨ ਜ਼ਿੰਦਾਬਾਦ ਜੀ।